क्योंकि ओपोजिशन च सीगी और कांग्रेस पार्टी 6 साल उन्होंने ध्यान नहीं दिता इस वाल हुण वोटां नेड़े आ गई 4 साल तुहानूं लंघ गए तुसीं भी ध्यान नहीं दिता दोने कांग्रेस अकाली दल बीजेपी ते आम आदमी पार्टी ते सिमरजीत बैंस जिम्मेवार ने बैंस दूजे हल्के में जाके रौला पाउंदे ने शहर विच की हो रहा उन्होंने नज़र सारियां पार्टी जिम्मेवार ने। जब तुसीं यही इदां दे शब्द इस्तेमाल करो गोदी मीडिया कि भारत दे डेमोक्रेसी दे विच कोई गोदी मीडिया या कोई होर मीडिया है तुसीं अपने मीडिया ते खुद इल्जाम लगा रहे हो कि ਜਿਹੜੇ ਲੋਕ ਬੀਜੇਪੀ ਦਾ ਪੱਖ ਪੂਰਦੇ ਆ ਜਿਹੜੇ ਲੋਕ ਬੀਜੇਪੀ ਦਾ ਪੱਖ ਪੂਰਦੇ ਆ ਜੀ ਪੱਤਰਕਾਰ ਅੱਜ ਉਹ ਤਾਂ ਚਲੋ ਅਗਰਵਾਲ ਸਾਹਿਬ ਮੈਂ ਅੱਜ ਗੱਲ ਗੋਦੀ ਮੀਡੀਆ ਸ਼ਬਦ ਵਾਸਤੇ ਲੋਕ ਮੈਂ ਵਾਪਸ ਨਹੀਂ ਲੈਂਦਾ ਜੀ ਮੈਂ ਅੱਜ ਗੱਲ ਕੀਤੀ ਮੈਂ ਅੱਜ ਗੱਲ ਕੀਤੀ ਆ ਮੈਂ ਅੱਜ ਗੱਲ ਕੀਤੀ ਆ ਤੁਸੀਂ ਅਫਸਰਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋ ਤੁਸੀਂ ਪੋਲੀਟੀਕਲ ਲੋਕਾਂ ਦੇ ਇਲਜ਼ਾਮ ਲਗਾਉਂਦੇ ਹੋ ਤੇ ਫਿਰ ਨਹੀਂ ਲਾਉਂਦੇ ਤੁਹਾਡੇ ਸਾਹਮਣੇ ਆ ਇਲਜ਼ਾਮ ਨਹੀਂ ਲਾਉਂਦੇ ਅਗਰਵਾਲ ਸਾਹਿਬ ਸਾਹਮਣੇ ਆ ਜੇ ਤੁਸੀਂ एक अनुमान के मुताबिक जो ये पहाड़ नज़र आ रहे 15 लाख टन मीट्रिक टन का कूड़ा इत्थे पिया है। मैं तो धन समझदा लोग जिहड़े इत्थे आले दुआले रहिंदे है इत्थे इन्नी इंडस्ट्री है इन्नी लेबर माइग्रेंट लेबर रहिंदी है वो लोग इस कूड़े के कारण बीमारियों के शिकार हो रहे हैं। सो 4 साल वाले भी 4 साल का हिसाब लवांगे पहले थोड़े हिसाब लैने आ पिछले 9 सालों तो इत्थे की हो रहा वा जो एक कंपनी प्रोसैसिंग नहीं करती है चलो अज वो कंपनी किन्ना कारण छड्ड गई पैसे लैन देना छड्ड गई बाद का विषय वा जो कि कंपनी प्रोसैसिंग नहीं सही तरह करती कि अकाली बीजेपी सरकार का फर्ज नहीं बनता सी उन्होंने हटा के कोई नवी कंपनी लैके आती या उन्होंने ताड़ना करती। फिर आ गई है ये तो मानते भी थोड़ी सरकार विच भी अफसरां दी ते थोड़े पॉलिटिशियंस दी जिहड़ी मिली भुगत सी जिहड़े एडे अंबार लगे ने कूड़े दे प्रोसैसिंग सही नहीं कीती गई कल्ली आपां कलैक्शन ते उहनूं लिफ्टिंग नूं ना करिए मेन मुद्दा तां प्रोसैसिंग नहीं प्रॉपर तरीके नाल हो पाई। ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਜਨਤਾ ਦਾ ਮੁੱਦਾ ਲੈ ਕੇ ਪਹੁੰਚੇ ਹੋ ਪ੍ਰਾਈਮ ਮੁੱਦੇ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਡੀ ਗੱਲ ਲੋਕਾਂ ਤੱਕ ਪਹੁੰਚਾਏਗਾ। ਜਿਹੜੇ ਪੁਸ਼ਪਿੰਦਰ ਸਿੰਘਲ ਨੇ ਉਹ ਮੀਡੀਆ ਤੋਂ ਭੱਜਦੇ ਕਿਉਂ ਨੇ ਜਦੋਂ ਕੋਈ ਗੱਲ ਆਉਂਦੀ ਆ ਪ੍ਰਾਈਮ ਮੁੱਦੇ ਤੇ ਅਸੀਂ ਬੰਦਾ ਨਹੀਂ ਭੇਜਣਾ ਆਪਣਾ ਕੀ ਲੋਕਤੰਤਰ ਦੇ ਵਿੱਚ ਅਜਿਹਾ ਸਹੀ ਹੈਗਾ ਵਾ ਇੱਕ ਪਾਸੇ ਗੋਦੀ ਮੀਡੀਆ ਸਾਡੇ ਲੋਕਤੰਤਰ ਨੂੰ ਦੱਬ ਰਿਹਾ ਵਾ ਅਸੀਂ ਤੁਹਾਡੀ ਅੱਜ ਲੋਕਾਂ ਦੀ ਆਵਾਜ਼ ਚੱਕ ਰਹੇ ਹਾਂ ਲੋਕਾਂ ਦੀ ਆਵਾਜ਼ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਪੁਸ਼ਪਿੰਦਰ ਸਿੰਘ ਦਾ ਰਵੱਈਆ ਠੀਕ ਹੈਗਾ ਵਾ। ਸੋ ਅਸੀਂ ਖੜੇ ਹਾਂ ਇਸ ਟਾਈਮ ਕੂੜੇ ਦੇ ਡੰਪ ਦੇ ਉੱਤੇ ਜਿੱਥੇ ਕੂੜੇ ਦੇ ਵੱਡੇ ਅੰਬਾਰ ਤੁਹਾਨੂੰ ਨਜ਼ਰ ਆਉਣਗੇ ਦੇਖਣ ਨੂੰ ਪਹਿਲਾਂ ਵੀ ਅਸੀਂ ਇੱਥੇ ਖਬਰ ਕਰਕੇ ਗਏ। ਸੋ ਬੀਜੇਪੀ ਜਿਹੜੀ ਆਪੋਜੀਸ਼ਨ ਹੈ ਨਗਰ ਨਿਗਮ ਦੇ ਵਿੱਚ ਉਹ ਸਾਡੇ ਇੱਥੇ ਪਹੁੰਚ ਚੁੱਕੇ ਨੇ ਕੂੜੇ ਡੰਪ ਤੇ ਪਹੁੰਚੇ ਨੇ ਗੱਲ ਕਰਾਂਗੇ ਇਹਨਾਂ ਦੇ ਇਸ ਬਾਰੇ ਕੀ ਕਹਿਣਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ ਮੈਮ ਕੀ ਕਹਿਣਾ ਵੱਡੇ ਅੰਬਾਰ ਲੱਗੇ ਹੋਏ ਨੇ ਕਹਿਣ ਨੂੰ ਪਤਾ ਇਹ ਲੱਗਿਆ ਵੀ 15 ਲੱਖ ਹੈਕਟੇਅਰ ਟਨ ਤੋਂ ਵੱਧ ਦਾ ਇੱਥੇ ਕੂੜਾ ਜਿਹੜਾ ਜਮ੍ਹਾਂ ਹੋਇਆ ਕੀ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ। ਇਹ ਤਾਂ ਤੁਹਾਡੇ ਦੇਖੋ ਜੀ ਲੁਧਿਆਣੇ ਦੇ ਵਿੱਚ ਪਹਾੜ ਲੱਗੇ ਹੋਏ ਨੇ ਪਲੇਨ ਦੇ ਵਿੱਚ ਐਡੇ ਐਡੇ ਵੱਡੇ ਪਹਾੜ ਤੁਸੀਂ ਕਦੇ ਦੇਖੇ ਨੇ ਇਹ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਵੀ ਕੂੜੇ ਦੇ ਗੰਦਗੀ ਦੇ ਸ਼ਹਿਰ ਦੇ ਵਿੱਚ ਬਿਮਾਰੀਆਂ ਅੱਗੇ ਹੀ ਇੰਨੀਆਂ ਕੁ ਫੈਲੀਆਂ ਹੋਈਆਂ ਨੇ ਇਹਦੀ ਪ੍ਰੋਪਰ ਲਿਫਟਿੰਗ ਨਹੀਂ ਹੋ ਰਹੀ ਨਾ ਤਾਂ A to Z ਵਾਲੇ ਕੰਪਨੀ ਵਾਲੇ ਇਹਨੂੰ ਕਰ ਰਹੇ ਨੇ ਕਲੀਅਰ ਕਰ ਰਹੇ ਨੇ ਕਿਸੇ ਵੀ ਤਰੀਕੇ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਵੀ ਗੰਦ ਇਸੇ ਤਰੀਕੇ ਨਾਲ। ਕਾਰਨ ਕੀ ਸਮਝਦੇ ਹੋ ਤੁਸੀਂ ਇਹਦਾ ਜੀ ਕੀ ਕਾਰਨ ਸਮਝਦੇ ਹੋ। ਇਹਨਾਂ ਨੇ ਜਿਨ੍ਹਾਂ ਨੂੰ ਠੇਕਾ ਦਿੱਤਾ ਸੀ ਨਾ ਉਹਨਾਂ ਦੀ ਪੇਮੈਂਟ ਬਾਕੀ ਰਹਿੰਦੀ ਆ ਪਹਿਲੇ ਲਿਫਟਿੰਗ ਹੁੰਦੀ ਸੀ ਸ਼ਹਿਰ ਤੋਂ ਇੱਥੇ ਦਾ ਤਾਂ ਮੈਂ ਤਾਂ ਪਹਿਲੀ ਵਾਰੀ ਅੱਜ ਦੇਖਿਆ ਵੀ ਐਡੇ ਐਡੇ ਪਹਾੜ ਲੱਗੇ ਹੋਏ ਆ ਅਸੀਂ ਸ਼ਹਿਰ ਦੇ ਵਿੱਚ 4-5 ਜਗ੍ਹਾ ਤੇ ਦੇਖ ਕੇ ਆਏ ਆ। ਮੈਡਮ ਤਰਾਸਦੀ ਉਹ ਇਹੀ ਆ ਓਪੋਜੀਸ਼ਨ ਜਾਂ ਤੁਸੀਂ ਪਹਿਲਾਂ ਸੱਤਾ 'ਚ ਰਹੇ ਹੋ ਤਰਾਸਦੀ ਇਹੀ ਆ ਭਾਵੇਂ ਅੱਜ ਕਾਂਗਰਸ ਪਾਰਟੀ ਵਾਲੇ ਆ ਇੱਥੇ ਲੁਧਿਆਣੇ ਸ਼ਹਿਰ ਵਿੱਚ ਕੀ ਹੋ ਰਿਹਾ ਨਾ ਓਪੋਜੀਸ਼ਨ ਨੂੰ ਪਤਾ ਤੇ ਨਾ ਸੱਤਾ ਧਿਰਾਂ ਨੂੰ ਪਤਾ ਹੈਗਾ ਵਾ। ਨਹੀਂ ਅਸੀਂ ਤਾਂ ਦੇਖੋ ਹੁਣ ਆਏ ਆ ਤੇ ਪਹਿਲਾਂ ਵੀ ਸੀਗੇ ਪਿਛਲੇ 10 ਸਾਲ 'ਚ ਵੀ ਸੀਗੇ ਉਹ ਤੋਂ 10 ਸਾਲ ਬਾਅਦ ਨਹੀਂ ਆਏ ਹੁਣ ਆਏ ਆ ਅੱਜ ਸ਼ਹਿਰ ਦੇ ਵਿੱਚ ਦੇਖ ਕੇ ਆਏ ਆ 5-6 ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਆ। ਉਹ ਕਹਿੰਦੇ ਜੀ 2-2 3-3 ਦਿਨਾਂ ਬਾਅਦ ਗੱਡੀਆਂ ਕੂੜਾ ਚੱਕਣ ਆਉਂਦੀਆਂ ਇੱਕ ਜਗ੍ਹਾ ਅਸੀਂ ਦੇਖਿਆ ਉੱਥੇ ਪੂਰੀ ਸੜਕ ਕੂੜੇ ਨਾਲ ਮੱਲੀ ਹੋਈ ਆ। ਉਹ ਕਹਿੰਦੇ 2-3 ਦਿਨਾਂ ਬਾਅਦ ਆਉਂਦੇ ਆ ਉਸ ਤੋਂ ਬਾਅਦ ਢੇਰ ਲੱਗ ਜਾਂਦੇ ਥੋੜਾ ਜਿਹਾ ਲੈ ਜਾਂਦੇ ਆ ਉਸ ਤੋਂ ਬਾਅਦ ਕੂੜਾ ਉੱਥੇ ਦਾ ਉੱਥੇ ਹੀ ਪਿਆ ਰਹਿੰਦਾ। A to Z ਨੇ 45 ਦਿਨ ਦਾ ਨੋਟਿਸ ਦੇ ਕੇ ਨਗਰ ਨਿਗਮ ਨੂੰ ਤੇ ਉਹ ਸਾਈਡ ਲਾਈਨ ਹੋ ਗਈ ਕੀ ਕਾਰਨ ਸਮਝਦੇ ਹੋ ਪਿੱਛੇ ਦਾ ਕਾਰਨ ਕੀ ਹੈ। ਉਹ ਕਹਿੰਦੇ ਪੇਮੈਂਟ ਨਹੀਂ ਹੋਈ ਹੈਗੀ ਇਹਨਾਂ ਨੇ ਪੇਮੈਂਟ ਨਹੀਂ ਪੂਰੀ ਕੀਤੀ ਹੈਗੀ
ਉਹਨਾਂ ਨੇ ਤਾਂ ਕੰਮ ਛੱਡ ਦਿੱਤਾ। ਮੈਮ ਤੁਸੀਂ ਇਹ ਅੱਗੇ ਇਹਨਾਂ ਨੇ ਠੇਕਾ ਦੇਣ ਦਾ ਕਹਿੰਦੇ ਟੈਂਡਰ ਲੱਗਣੇ ਆ, ਅਜੇ ਤੱਕ ਕੋਈ ਉਹ ਨਹੀਂ ਹੋਇਆ ਹੈ। ਤੁਸੀਂ ਅੰਬਾਰ ਦੇਖ ਰਹੇ ਹੋ, ਵੱਡੇ ਕੂੜੇ ਦੇ ਅੰਬਾਰ ਲੱਗੇ ਹੋਏ ਨੇ, ਪਿਛਲੇ 4 ਸਾਲ ਤੋਂ ਨਹੀਂ ਹੈਗੇ, ਪਿਛਲੇ 25-30 ਸਾਲਾਂ ਤੋਂ ਹੈਗੇ ਆ। 2011 ਦੇ ਵਿੱਚ A to Z ਨਾਲ ਕੰਟਰੈਕਟ ਹੁੰਦਾ ਵਾ, ਉਹਦੇ ਵਿੱਚ ਤੁਸੀਂ ਭਾਈਵਾਲ ਸੀ, ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਅਕਾਲੀ ਦਲ ਬੀਜੇਪੀ ਦਾ ਮੇਅਰ ਸੀਗਾ। ਸੋ ਉਸ ਗਰੇਵਾਲ ਜੀ ਸਵਾਲ ਹੈ ਵੀ ਜਦੋਂ ਤੁਹਾਡੀ ਸਰਕਾਰ ਸੀਗੀ A to Z ਨਾਲ, ਇੰਦਰ ਅਗਰਵਾਲ ਜੀ A to Z ਨਾਲ ਤੁਹਾਡਾ ਇਕਰਾਰ ਹੋਇਆ, ਅਕਾਲੀ ਬੀਜੇਪੀ ਦੀ ਸਰਕਾਰ ਸੀਗੀ। ਸੋ 4 ਸਾਲ ਵਾਲਿਆਂ ਨਾਲ ਵੀ 4 ਸਾਲ ਦਾ ਹਿਸਾਬ ਲਵਾਂਗੇ, ਪਹਿਲਾਂ ਤੁਹਾਡੇ ਹਿਸਾਬ ਲੈਂਦੇ ਆ ਪਿਛਲੇ 9 ਸਾਲਾਂ ਤੋਂ ਇੱਥੇ ਕੀ ਹੋ ਰਿਹਾ ਵਾ। ਜਦੋਂ ਇੱਕ ਕੰਪਨੀ ਪ੍ਰੋਸੈਸਿੰਗ ਨਹੀਂ ਕਰਦੀ ਹੈਗੀ, ਚਲੋ ਅੱਜ ਉਹ ਕੰਪਨੀ ਕਿੰਨਾ ਕਾਰਨ ਛੱਡ ਗਈ, ਪੈਸੇ ਲੈਣ ਦੇਣਾ ਛੱਡ ਗਈ, ਬਾਅਦ ਦਾ ਵਿਸ਼ਾ ਵਾ। ਜਦੋਂ ਕਿ ਕੰਪਨੀ ਪ੍ਰੋਸੈਸਿੰਗ ਨਹੀਂ ਸਹੀ ਤਰ੍ਹਾਂ ਕਰਦੀ, ਕਿ ਅਕਾਲੀ ਬੀਜੇਪੀ ਸਰਕਾਰ ਦਾ ਫਰਜ਼ ਨਹੀਂ ਬਣਦਾ ਸੀ ਉਹਨੂੰ ਹਟਾ ਕੇ ਕੋਈ ਨਵੀਂ ਕੰਪਨੀ ਲੈ ਕੇ ਆਉਂਦੀ ਜਾਂ ਉਹਨੂੰ ਕੋਈ ਤਾੜਨਾ ਕਰਦੀ? ਬਿਲਕੁਲ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ। ਇਸ ਟਾਈਮ ਲੁਧਿਆਣੇ ਵਾਸਤੇ ਇੱਕ ਇਹ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਹੈ। ਜੋ ਕੂੜੇ ਦੀ ਪ੍ਰੋਸੈਸਿੰਗ ਵੀ ਟੋਟਲ ਬੰਦ ਹੋ ਗਈ, ਔਰ ਲਗਭਗ ਪਿਛਲੇ 10 ਦਿਨਾਂ ਤੋਂ 12,000 ਟਨ ਕੂੜਾ ਬਗੈਰ ਪ੍ਰੋਸੈਸਿੰਗ ਦੇ ਇੱਥੋਂ ਆ ਚੁੱਕਾ। ਨਾ ਉਹਦੀ ਸੈਗਰੀਗੇਸ਼ਨ ਹੋਈ, ਨਾ ਉਹਦੀ ਪ੍ਰੋਸੈਸਿੰਗ ਹੋਈ। ਇੱਕ ਅਨੁਮਾਨ ਦੇ ਮੁਤਾਬਕ ਜੋ ਇਹ ਪਹਾੜ ਨਜ਼ਰ ਆ ਰਿਹਾ, 15 ਲੱਖ ਟਨ ਮੀਟ੍ਰਿਕ ਟਨ ਦਾ ਕੂੜਾ ਇੱਥੇ ਪਿਆ ਹੈ। ਮੈਂ ਤਾਂ ਧੰਨ ਸਮਝਦਾ ਉਹ ਲੋਕ ਜਿਹੜੇ ਇੱਥੇ ਆਲੇ ਦੁਆਲੇ ਰਹਿੰਦੇ ਹੈ, ਇੱਥੇ ਇੰਨੀ ਇੰਡਸਟਰੀ ਹੈ, ਇੰਨੀ ਲੇਬਰ ਮਾਈਗ੍ਰੈਂਟ ਲੇਬਰ ਰਹਿੰਦੀ ਹੈ, ਉਹ ਲੋਕ ਇਸ ਕੂੜੇ ਦੇ ਕਾਰਨ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ। ਤਾਂ ਜਿੱਥੇ ਰਹੀ ਗੱਲ A to Z ਦੀ, ਉਸ ਟਾਈਮ ਇਹੀ ਸੋਚ ਸੀ 2011 ਦੇ ਵਿੱਚ, ਇਸੇ ਸੋਚ ਨਾਲ ਲਿਆਂਦਾ ਗਿਆ ਸੀ A to Z ਨੂੰ ਕਿ ਇੱਕ ਵੱਡੀ ਕੰਪਨੀ ਆਏਗੀ, ਉਹ ਇਹਨੂੰ ਪ੍ਰੋਸੈਸ ਕਰਕੇ ਡਿਸਪੋਜ਼ ਆਫ ਕਰੇਗੀ। ਹਰੇਕ ਸਰਕਾਰ, ਚਾਹੇ ਜਿਹੜੀ ਸਾਡੀ ਹੋਵੇ ਜਾਂ ਕਾਂਗਰਸ ਦੀ ਹੋਵੇ, ਹਰੇਕ ਸਰਕਾਰ ਦੀ ਮਨਸ਼ਾ ਹੀ ਹੁੰਦੀ ਹੈ ਕਿ ਮੈਂ ਕੰਮ ਪ੍ਰੋਪਰ ਕਰਾਂ। ਤੇ ਕਈ ਵਾਰੀ ਕੰਪਨੀਆਂ ਔਰ ਮਿਲੀ ਭਗਤ ਦੇ ਨਾਲ ਉਹਦੇ ਵਿੱਚ ਅਫਸਰਸ਼ਾਹੀ ਮਿਲ ਜਾਂਦੀ ਹੈ, ਕੋਈ ਨਾ ਕੋਈ ਰਾਜਨੀਤਿਕ ਜੋ ਭ੍ਰਸ਼ਟ ਰਾਜਨੀਤਿਕ ਵਰਦਹਸਤ ਵੀ ਉਹਨਾਂ ਨੂੰ ਮਿਲ ਜਾਂਦਾ ਹੈ। ਤੇ ਇਸ ਕਰਕੇ ਕੰਮ ਜਿਹੜਾ ਪ੍ਰੋਪਰ ਨਹੀਂ ਹੋਇਆ। ਔਰ ਉਹ 2015 ਵਿੱਚ ਵੀ ਸਾਡਾ ਜਿਹੜਾ ਅਸੀਂ ਸਰਕਾਰ ਵੀ ਸੀਗੇ, ਉਹਨਾਂ ਨਾਲ ਐਗਰੀਮੈਂਟ ਟੁੱਟਣ ਲੱਗਾ ਸੀਗਾ। ਅਸੀਂ ਉਦੋਂ ਵੀ ਉਹਨਾਂ ਨੂੰ ਭਜਾਉਣ ਲੱਗੇ ਸੀਗੇ, ਲੇਕਿਨ ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਤੋਂ ਡਾਇਰੈਕਸ਼ਨ ਲੈ ਕੇ ਦੁਬਾਰਾ ਵਾਪਸ ਆ ਗਏ, ਫਿਰ ਕੰਮ ਸ਼ੁਰੂ ਕੀਤਾ, ਤੇ ਹੁਣ ਫਿਰ ਉਹੀ ਦੀ ਉਹੀ ਸਮੱਸਿਆ ਫਿਰ ਆ ਗਈ ਹੈ। ਇਹ ਤਾਂ ਮੰਨਦੇ ਵੀ ਤੁਹਾਡੀ ਸਰਕਾਰ ਵਿੱਚ ਵੀ ਅਫਸਰਾਂ ਦੀ ਤੇ ਤੁਹਾਡੇ ਪੋਲੀਟੀਸ਼ੀਅਨਸ ਦੀ ਜਿਹੜੀ ਮਿਲੀ ਭੁਗਤ ਸੀ, ਜਿਹੜੇ ਐਡੇ ਅੰਬਾਰ ਲੱਗੇ ਨੇ ਕੂੜੇ ਦੇ, ਇੱਥੇ ਪ੍ਰੋਸੈਸਿੰਗ ਸਹੀ ਨਹੀਂ ਕੀਤੀ ਗਈ। ਕੱਲੀ ਆਪਾਂ ਕਲੈਕਸ਼ਨ ਤੇ ਉਹਨੂੰ ਲਿਫਟਿੰਗ ਨੂੰ ਨਾ ਕਰੀਏ, ਮੇਨ ਮੁੱਦਾ ਤਾਂ ਪ੍ਰੋਸੈਸਿੰਗ ਨਹੀਂ ਪ੍ਰੋਪਰ ਤਰੀਕੇ ਨਾਲ ਹੋ ਪਾਈ। ਬਿਲਕੁਲ ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਨੈਕਸਸ, ਕੋਈ ਵੀ ਮਾਫੀਆ ਜੋ ਸਮਾਜ ਦਾ ਦੁਸ਼ਮਣ ਹੈ, ਉਹਨੂੰ ਕਿਸੇ ਨਾ ਕਿਸੇ ਦਾ ਆਸ਼ੀਰਵਾਦ ਤਾਂ ਹੁੰਦਾ ਹੀ ਹੈ। ਤੇ ਇਸ ਕਰਕੇ ਅੱਜ ਅਸੀਂ ਸਾਰੇ ਬੀਜੇਪੀ ਦੇ ਕੌਂਸਲਰ ਮੇਅਰ ਸਾਹਿਬ ਨੂੰ ਅਪੀਲ ਕਰਨ ਆਏ ਹਾਂ ਕਿ ਇਮੀਡੀਏਟ ਇਨੀਸ਼ੀਏਟਿਵ ਲੈਣ। ਅੱਜ ਉਹਨੇ 24 ਦਸੰਬਰ ਨੂੰ ਨੋਟਿਸ ਦੇ ਦਿੱਤਾ ਸੀਗਾ A to Z ਨੇ ਵੀ ਮੈਂ ਜਾ ਰਿਹਾ ਕੰਮ ਛੱਡ ਕੇ। ਮੇਅਰ ਸਾਹਿਬ ਨੂੰ 24 ਦਸੰਬਰ 25 ਦਸੰਬਰ ਨੂੰ ਹੀ ਇੱਕ 1 ਮਿੰਟ ਕਾਲ ਕਰਨੀ ਚਾਹੀਦੀ ਸੀ ਕਿ ਆਲ ਕਾਉਂਸਲਰਸ ਕਮ ਔਨ, 95 ਦੇ 95 ਇਕੱਠੇ ਕਰੋ, ਸ਼ਹਿਰ ਵਿੱਚ ਇਹ ਸਮੱਸਿਆ ਆਉਣ ਵਾਲੀ ਹੈ, ਮੈਨੂੰ ਇਹਦੇ ਵਾਸਤੇ ਸੁਝਾਅ ਦਿਵੋ। ਉਹਨਾਂ ਨੂੰ ਇੱਕ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਇਹ ਕੰਮ ਕਰਨਾ ਚਾਹੀਦਾ ਸੀ, ਜਿਹੜਾ ਹਾਲੇ ਤੱਕ ਨਹੀਂ ਹੋਇਆ। ਸਾਡੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਜੀ ਬੜੇ ਦਮਦਾਰ ਤਰੀਕੇ ਨਾਲ ਔਰ ਬੜੇ ਵਿਵੇਕ ਦੇ ਨਾਲ ਇਹ ਮੁੱਦਾ ਕਈ ਦਿਨ ਤੋਂ ਚੱਕ ਰਹੇ ਆ। ਉਸ ਦੇ ਬਾਵਜੂਦ ਵੀ ਮੇਅਰ ਸਾਹਿਬ ਨੇ ਕੋਈ ਹਾਲੇ ਤੱਕ ਨਾ ਆਲ ਪਾਰਟੀ ਮੀਟਿੰਗ ਬੁਲਾਈ, ਨਾ ਹਾਊਸ ਦੀ ਮੀਟਿੰਗ ਬੁਲਾਈ। ਐਡਾ ਵੱਡਾ ਸ਼ਹਿਰ ਜਿਹਨੂੰ ਅਸੀਂ ਮਹਾਨਗਰ ਕਹਿੰਦੇ ਆ, ਔਰ ਨਗਰ ਨਿਗਮ 95 ਵਾਰਡ ਹੈ, 35-40 ਲੱਖ ਦੀ ਆਬਾਦੀ ਹੈ, ਉਹਦਾ ਕੂੜਾ ਅਨਪ੍ਰੋਸੈਸ ਕਿੱਦਾਂ ਢੇਰ ਲੱਗ ਰਿਹਾ ਹੈ। ਇਹ ਸਾਡੇ ਸਾਰੇ ਸਾਂਝੀ, ਇਹ 'ਚ ਬੀਜੇਪੀ ਕਾਂਗਰਸ ਨਹੀਂ ਸਰ, ਮੈਂ ਬੀਜੇਪੀ ਕਾਂਗਰਸ ਅਕਾਲੀ ਤਿੰਨੋਂ ਜ਼ਿੰਮੇਵਾਰ ਠਹਿਰਾ ਰਿਹਾ ਵਾਂ, ਕਿਉਂਕਿ ਓਪੋਜੀਸ਼ਨ 'ਚ ਸੀਗੀ ਔਰ ਕਾਂਗਰਸ ਪਾਰਟੀ 6 ਸਾਲ ਉਹਨਾਂ ਨੇ ਧਿਆਨ ਨਹੀਂ ਦਿੱਤਾ। ਇਸ ਵੱਲ ਹੁਣ ਵੋਟਾਂ ਨੇੜੇ ਆ ਗਈਆਂ, 4 ਸਾਲ ਤੁਹਾਨੂੰ ਲੰਘ ਗਿਆ, ਤੁਸੀਂ ਵੀ ਧਿਆਨ ਨਹੀਂ ਦਿੱਤਾ। ਦੋਨੇ ਕਾਂਗਰਸ, ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਤੇ ਸਿਮਰਜੀਤ ਬੈਂਸ ਜ਼ਿੰਮੇਵਾਰ ਨੇ। ਬੈਂਸ ਦੂਜੇ ਹਲਕੇ ਵਿੱਚ ਜਾ ਕੇ ਰੌਲਾ ਪਾਉਂਦੇ ਨੇ, ਸ਼ਹਿਰ ਵਿੱਚ ਕੀ ਹੋ ਰਿਹਾ ਉਹਨੂੰ ਨਜ਼ਰ, ਸਾਰੀਆਂ ਪਾਰਟੀ ਜ਼ਿੰਮੇਵਾਰ ਨੇ। ਮੈਂ ਇਸ ਗੱਲ ਦਾ ਤਾਇਦ ਕਰਦਾ ਕਿ ਕਲੈਕਟਿਵ ਜਿਹੜੀ ਜ਼ਿੰਮੇਵਾਰੀ ਹੈ, ਉਹੀ ਮੈਂ ਗੱਲ ਕਹਿ ਰਿਹਾ ਸੀ ਕਿ ਅਸੀਂ ਪੋਲਿਟਿਕਸ ਤੋਂ ਉੱਪਰ ਉੱਠ ਕੇ, ਮੇਅਰ ਸਾਹਿਬ ਪੋਲਿਟਿਕਸ ਤੋਂ ਉੱਪਰ ਉੱਠੋ, 95 ਦੇ 95 ਕਾਉਂਸਲ ਇਕੱਠੇ ਕਰੋ, ਇਹਦਾ ਇੱਕ ਵਧੀਆ ਹੱਲ। ਤੁਸੀਂ ਪਿੱਛੇ ਇੰਦੌਰ ਵੀ ਜਾ ਕੇ ਆਏ ਹੋ, ਜਿੱਥੇ ਲੁਧਿਆਣਾ 4 ਲੱਖ ਰੁਪਏ ਰੋਜ਼ ਦਾ ਕੂੜਾ ਕਲੈਕਸ਼ਨ ਦਾ ਦਿੰਦਾ ਹੈ, ਉੱਥੇ ਇੰਦੌਰ 1.5 ਕਰੋੜ ਰੁਪਇਆ ਸਾਲ ਦਾ ਕੂੜੇ ਤੋਂ ਕਮਾਉਂਦਾ ਹੈ। ਔਰ ਨਗਰ ਨਿਗਮ ਲੁਧਿਆਣਾ ਦੀ ਪਾਰਸ਼ਦ ਦਲ ਦੀ ਮੀਟਿੰਗ 'ਚ ਸਾਡੇ ਭੈਣ ਜੀ ਵੀ ਸੀਗੇ, ਉਹ ਸਾਰੇ ਗਏ ਸੀ। ਉੱਥੋਂ ਕੀ ਸਿੱਖਿਆ ਆਂਦਾ, ਉੱਥੋਂ ਕੀ ਫੀਡਬੈਕ ਲੈ ਕੇ ਆਂਦਾ, ਉੱਥੇ ਦੀ ਮੈਨੇਜਮੈਂਟ ਕੀ ਸੀ, ਇਹ ਤੁਹਾਨੂੰ ਸਾਰੀ ਹਾਊਸ ਦੇ ਨਾਲ, ਆਲ ਕਾਉਂਸਲਰਸ ਦੇ ਨਾਲ ਸਾਂਝੀ ਕਰਨੀ ਚਾਹੀਦੀ ਸੀ। ਜੋ ਉੱਥੇ ਦਾ ਪੈਟਰਨ ਹੈ, ਜੋ ਉੱਥੇ ਦਾ ਬੈਸਟ ਲੁਧਿਆਣੇ 'ਚ ਅਡਾਪਟ ਹੋ ਸਕਦਾ ਹੈ, ਉਹਨੂੰ ਕਰਨਾ ਚਾਹੀਦਾ ਹੈ। ਲੁਧਿਆਣੇ ਨੂੰ ਇਸ ਕੂੜੇ ਤੋਂ, ਇਸ ਬਿਮਾਰੀਆਂ ਦੇ ਘਰ ਤੋਂ, ਆਓ ਮੇਅਰ ਸਾਹਿਬ, ਆਓ ਕਾਂਗਰਸ, ਆਓ ਅਕਾਲੀ ਦਲ, ਅਸੀਂ ਇਕੱਠੇ ਹੋ ਕੇ
ਇਹ ਹੰਬਲਾ ਮਾਰੀਏ ਔਰ ਲੁਧਿਆਣੇ ਤੋਂ ਮੁਕਤੀ ਦਵਾਈਏ। ਗਰੇਵਾਲ ਸਾਹਿਬ ਚਰਚਾ ਇਹ ਆ ਵੀ ਨਵੀਂ ਅਗਰਵਾਲ ਜੀ ਚਰਚਾ ਇਹ ਹੈਗੀ ਵੀ ਨਵੇਂ ਜਿਹੜੇ ਕੰਟਰੈਕਟ ਕਰਨ ਜਾ ਰਹੇ ਆ ਕਲੈਕਟਿੰਗ ਦਾ ਅਲੱਗ ਹੋਏਗਾ, ਪ੍ਰੋਸੈਸਿੰਗ ਦਾ ਅਲੱਗ ਹੋਏਗਾ ਤੇ ਲਿਫਟਿੰਗ ਦਾ ਅਲੱਗ ਹੋਏਗਾ। ਕੋਈ ਸਹਿਮਤ ਹੋ ਵੀ ਉਸ ਨਾਲ ਮਸਲਾ ਹੱਲ ਹੋਏਗਾ ਜੀ? ਇਹ ਪ੍ਰਪੋਜ਼ਲ ਹਾਊਸ ਦੀ ਮੀਟਿੰਗ ਮਿਲਣ ਅੱਗੇ ਰੱਖਣ, ਅਸੀਂ ਡਿਸਕਸ ਕਰਾਂਗੇ ਜੀ, ਮਤਲਬ ਕਿ ਉਹਦਾ ਮਸਲਾ ਹੱਲ ਹੋ ਜਾਏਗਾ ਵੈਸੇ ਉਦੋਂ ਤੁਹਾਨੂੰ ਕੀ ਲੱਗਦਾ ਵਾ? ਮੈਂ ਉਹੀ ਕਹਿ ਰਿਹਾ, ਨਹੀਂ ਪ੍ਰਪੋਜ਼ਲ ਜਦ ਤੱਕ ਪ੍ਰਪੋਜ਼ਲ ਨਹੀਂ ਅੱਗੇ ਆਂਦੀ ਉਹ ਪ੍ਰਪੋਜ਼ਲ ਅੱਗੇ ਰੱਖਣ। ਉਹ ਕੀ ਉਹੀ ਤਾਂ ਮੈਂ ਕਹਿ ਰਿਹਾ ਕਿ ਆਲ ਪਾਰਟੀ ਮੀਟਿੰਗ ਬੁਲਾਉਂਦੇ, ਸਾਰੇ ਕੌਂਸਲਰ ਨੂੰ ਕੌਨਫੀਡੈਂਸ ਲੈਂਦੇ, ਸਾਡੇ ਸੁਝਾਅ ਲੈਂਦੇ। ਭੈਣ ਜੀ 3 ਵਾਰ ਦੇ ਕੌਂਸਲਰ ਹੈ, ਮੈਂ ਪਹਿਲਾਂ ਮੈਂ ਰਿਹਾ, ਹੁਣ ਮੇਰੀ ਮਿਸਿਸ ਹੈ, ਉਹ ਸਾਰੇ ਅਸੀਂ ਐਕਸਪੀਰੀਅੰਸ ਲੋਕ ਹਾਂ। ਅਸੀਂ ਸ਼ਹਿਰ ਦੀ ਸਮੱਸਿਆ ਦੇ ਨਾਲ ਨੂੰ ਨਜਿੱਠਣ ਲਈ ਮੇਅਰ ਸਾਹਿਬ ਦਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਸਮਰਥਨ ਦੇਣ ਨੂੰ ਤਿਆਰ ਹਾਂ। ਕੋਈ ਉਹਦੀ ਰਾਜਨੀਤੀ ਨਹੀਂ ਹੋਏਗੀ। A to Z ਕੰਪਨੀ ਦਾ ਇਹ ਕਹਿਣਾ ਵੀ 6-7 ਕਰੋੜ ਰੁਪਇਆ ਬਕਾਇਆ ਸਾਨੂੰ ਮਿਲਿਆ ਨਹੀਂ ਤਾਂ ਛੱਡ ਰਹੇ ਆ, ਪਰ ਮੇਰਾ ਮੰਨਣਾ ਇਹ ਆ ਵੀ ਜਿਸ ਹਿਸਾਬ ਨਾਲ A to Z ਨੇ ਕੰਮ ਘੱਟ ਸਪੀਡ ਤੇ ਕੀਤਾ ਵਾ, 6-7 ਕਰੋੜ ਤਾਂ ਕੰਪਨੀ ਤੋਂ ਲੈਣਾ ਚਾਹੀਦਾ ਸਾਨੂੰ। ਕਿਉਂ ਨਹੀਂ ਜਿਹੜਾ ਨਵਾਂ ਇਕਰਾਰ ਹੋ ਰਿਹਾ ਉਹਦੇ ਵਿੱਚ ਕੰਪਨੀ ਨੂੰ ਕਿਹਾ ਜਾਵੇ ਵੀ ਸਹੀ ਤਰ੍ਹਾਂ ਜੇ ਲਿਫਟਿੰਗ ਨਹੀਂ ਹੋਊਗੀ, ਸਹੀ ਤਰ੍ਹਾਂ ਪ੍ਰੋਸੈਸਿੰਗ ਨਹੀਂ ਹੋਊਗੀ, ਸਹੀ ਤਰ੍ਹਾਂ ਕਲੈਕਸ਼ਨ ਨਹੀਂ ਹੋਊਗੀ, ਤੁਹਾਨੂੰ ਅਸੀਂ ਜੁਰਮਾਨਾ ਠੋਕਾਂਗੇ। ਵਿੱਚ ਕਲੌਜ਼ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ ਹੈ। ਉਹ ਟਰਮੀਨੇਟ ਖੁਦ ਕਰ ਰਹੀ ਹੈ, ਖੁਦ ਭੱਜ ਰਹੀ ਹੈ। ਕੀ ਉਹਨੇ ਜੋ ਉਸ ਵੇਲੇ ਮਸ਼ੀਨਰੀ ਕਹੀ ਸੀ ਇੰਸਟਾਲ ਕੀਤੀ? ਕਿ ਜੋ ਉਹਨੇ ਇੰਨੇ ਟਨ ਰੋਜ਼ ਦਾ ਮੈਂ ਕੂੜਾ ਪ੍ਰੋਸੈਸ ਕਰੂੰਗੀ ਉਹ ਕੀਤਾ? ਸਾਰਾ ਘੋਖ ਕੇ ਸਾਨੂੰ ਰਿਵਰਸ ਉਹਦੇ ਤੇ ਇੱਕ ਕੇਸ ਕਰਨਾ ਚਾਹੀਦਾ, ਰਿਟ ਲਗਾਉਣੀ ਚਾਹੀਦੀ ਹੈ ਔਰ ਉਹਨੂੰ ਪਨਿਸ਼ ਕਰਨਾ ਚਾਹੀਦਾ ਹੈ ਕਿ ਇੰਨਾ ਢੇਰ ਕਿਉਂ ਲੱਗਿਆ। ਜੀ, ਸੋ ਬਜਟ ਦਾ ਸੈਸ਼ਨ ਵੀ ਆਉਣਾ, ਬਜਟ ਦਾ ਸਮਾਂ ਵੀ ਨੇੜੇ ਆ ਗਿਆ ਨਿਗਮ ਦਾ। ਕੀ ਉਹਦੇ ਵਿੱਚ ਮੁੱਦਾ ਉੱਠੇਗਾ, ਤੁਸੀਂ ਚੱਕੋਗੇ ਆਵਾਜ਼ ਕਹੋਗੇ ਸ਼ਹਿਰ ਦਾ ਜੁੜਿਆ ਨਾਲ ਮੁੱਦਾ ਹੈਗਾ ਜੀ? ਬਿਲਕੁਲ, ਮੇਰੀ ਮੇਅਰ ਸਾਹਿਬ ਨਾਲ ਕੱਲ ਪਰਸੋਂ ਗੱਲ ਹੋਈ ਸੀ, ਉਹ ਕਹਿੰਦੇ ਮੇਜਰ ਇਸ਼ੂ ਰਹੇਗਾ, ਮੈਂ ਉਹਨੂੰ ਹਾਊਸ 'ਚ ਲੈ ਕੇ ਆਵਾਂਗਾ। ਮੈਨੇ ਕਿਹਾ ਅਗਰ ਤੁਸੀਂ ਨਹੀਂ ਲੈ ਕੇ ਆਓਗੇ ਤਾਂ ਅਸੀਂ ਤਿਆਰ ਹਾਂ। ਜੀ ਜੀ ਬਿਲਕੁਲ, ਅਸੀਂ ਪਹਿਲਾਂ ਤੁਹਾਡਾ ਸਮਰਥਨ ਕਰਨ ਨੂੰ ਤਿਆਰ ਹਾਂ। ਜੇ ਤੁਸੀਂ ਇਹਦੇ ਵਿੱਚ ਕੋਈ ਲੁਕੋ ਰੱਖੋਗੇ, ਪਾਰਦਰਸ਼ਤਾ ਨਹੀਂ ਅਪਣਾਓਗੇ ਤਾਂ ਅਸੀਂ ਸੜਕਾਂ ਤੇ ਆਉਣ ਨੂੰ ਤਿਆਰ ਹਾਂ। ਅਗਰਵਾਲ ਸਾਹਿਬ ਆਖਰੀ ਸਵਾਲ ਲਊਂਗਾ, ਕੂੜੇ ਨਾਲ ਜੁੜਾ ਮੁੱਦਾ ਨਹੀਂ ਹੈਗਾ, ਉਹ ਜੁੜਾ ਮੁੱਦਾ ਹੈਗਾ ਪੁਸ਼ਪਿੰਦਰ ਸਿੰਗਲ ਹੋਰਾਂ ਨਾਲ। ਅੱਜ ਤੁਸੀਂ ਇੱਥੇ ਪਹੁੰਚੇ ਹੋ, ਤੁਸੀਂ ਜਨਤਾ ਦਾ ਮੁੱਦਾ ਲੈ ਕੇ ਪਹੁੰਚੇ ਹੋ, ਪ੍ਰਾਈਮ ਮੁੱਦੇ ਤੁਹਾਡੇ ਨਾਲ ਗੱਲ ਕਰ ਰਹੇ ਆ, ਤੁਹਾਡੀ ਗੱਲ ਲੋਕਾਂ ਤੱਕ ਪਹੁੰਚਾਏਗਾ। ਜਿਹੜੇ ਪੁਸ਼ਪਿੰਦਰ ਸਿੰਗਲ ਨੇ ਉਹ ਮੀਡੀਆ ਤੋਂ ਭੱਜਦੇ ਕਿਉਂ ਨੇ? ਜਦੋਂ ਕੋਈ ਗੱਲ ਆਉਂਦੀ ਆ ਪ੍ਰਾਈਮ ਮੁੱਦੇ ਤੇ ਅਸੀਂ ਬੰਦਾ ਨਹੀਂ ਭੇਜਣਾ ਆਪਣਾ। ਕੀ ਲੋਕਤੰਤਰ ਦੇ ਵਿੱਚ ਅਜਿਹਾ ਸਹੀ ਹੈਗਾ ਵਾ? ਇੱਕ ਪਾਸੇ ਗੋਦੀ ਮੀਡੀਆ ਸਾਡੇ ਲੋਕਤੰਤਰ ਨੂੰ ਦੱਬ ਰਿਹਾ ਵਾ, ਅਸੀਂ ਤੁਹਾਡੀ ਅੱਜ ਲੋਕਾਂ ਦੀ ਆਵਾਜ਼ ਚੱਕ ਰਹੇ ਹਾਂ, ਲੋਕਾਂ ਦੀ ਆਵਾਜ਼ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹਾਂ। ਕਿ ਪੁਸ਼ਪਿੰਦਰ ਸਿੰਗਲ ਦਾ ਰਵੱਈਆ ਠੀਕ ਹੈਗਾ ਵਾ? ਜਦ ਤੁਸੀਂ ਇਹੀ ਇੱਦਾਂ ਦੇ ਸ਼ਬਦ ਇਸਤੇਮਾਲ ਕਰੋਗੇ ਗੋਦੀ ਮੀਡੀਆ, ਕਿ ਭਾਰਤ ਦੇ ਡੈਮੋਕ੍ਰੇਸੀ ਦੇ ਵਿੱਚ ਕੋਈ ਗੋਦੀ ਮੀਡੀਆ ਜਾਂ ਕੋਈ ਹੋਰ ਮੀਡੀਆ ਹੈ? ਤੁਸੀਂ ਆਪਣੇ ਮੀਡੀਆ ਤੇ ਖੁਦ ਇਲਜ਼ਾਮ ਲਗਾ ਰਹੇ ਹੋ ਕਿ ਜਿਹੜੇ ਲੋਕ ਬੀਜੇਪੀ ਦਾ ਪੱਖ ਪੂਰਦੇ ਆ, ਜਿਹੜੇ ਲੋਕ ਬੀਜੇਪੀ ਦਾ ਪੱਖ ਪੂਰਦੇ ਆ ਜੀ, ਪੱਤਰਕਾਰ ਉਹ ਤਾਂ ਚਲੋ ਅਗਰਵਾਲ ਸਾਹਿਬ ਮੈਂ ਅੱਜ ਗੱਲ ਗੋਦੀ ਮੀਡੀਆ ਸ਼ਬਦ ਵਾਪਸ ਲਓ ਆਪਣਾ। ਮੈਂ ਵਾਪਸ ਨਹੀਂ ਲੈਂਦਾ ਜੀ, ਮੈਂ ਅੱਜ ਗੱਲ ਕੀਤੀ ਹੈ, ਮੈਂ ਅੱਜ ਗੱਲ ਕੀਤੀ ਆ, ਮੈਂ ਅੱਜ ਗੱਲ ਕੀਤੀ ਆ। ਤੁਸੀਂ ਅਫਸਰਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋ, ਤੁਸੀਂ ਪੋਲੀਟੀਕਲ ਲੋਕਾਂ ਦੇ ਇਲਜ਼ਾਮ ਲਗਾਉਂਦੇ ਹੋ, ਤੇ ਫਿਰ ਨਹੀਂ ਲਾਉਂਦੇ, ਤੁਹਾਡੇ ਸਾਹਮਣੇ ਆ ਇਲਜ਼ਾਮ ਨਹੀਂ ਲਾਉਂਦੇ। ਅਗਰਵਾਲ ਸਾਹਿਬ ਸਾਹਮਣੇ ਆ, ਸਭ ਕੁਝ ਸਾਹਮਣੇ, ਇਲਜ਼ਾਮ ਨਹੀਂ ਲਾਉਂਦੇ। ਤੁਸੀਂ ਆਪ ਆਏ ਹੋ ਇੱਥੇ, ਉਹੀ ਕਹਿ ਰਹੇ ਆ, ਤੁਸੀਂ ਆਪ ਇਲਜ਼ਾਮ ਨਹੀਂ ਹੈਗਾ, ਤੁਸੀਂ ਆਪ ਆਏ ਹੋ ਦੇਖਣ, ਇਲਜ਼ਾਮ ਨਹੀਂ ਹੈਗਾ, ਸੱਚਾਈ ਹੈ ਇਹ ਸੱਚਾਈ ਹੈ ਇਹ ਸੱਚਾਈ ਆ। ਗੋਦੀ ਮੀਡੀਆ ਅਸੀਂ ਤਾਂ ਕਹਿੰਦੇ ਆ ਵੀ ਅੱਜ ਅਸੀਂ ਤੁਹਾਡੀ ਆਵਾਜ਼ ਵੀ ਰੱਖ ਰਹੇ ਆ, ਕਾਂਗਰਸ ਕਿਹੜਾ ਗੋਦੀ ਮੀਡੀਆ? ਤੁਹਾਡੀ ਗੱਲ ਵੀ ਰੱਖਾਂਗੇ, ਤੁਹਾਡੀ ਗੱਲ ਵੀ ਰੱਖ ਰਹੇ ਆ ਅਸੀਂ, ਕਾਂਗਰਸ ਨਾਲ ਗੱਲ ਕਰਾਂਗੇ, ਕਿਹੜਾ ਗੋਦੀ ਮੀਡੀਆ ਗੱਲ ਕਰਾਂਗੇ। ਯਾਨੀ ਕਿ ਤੁਹਾਡਾ ਮੀਡੀਆ ਖੁਦ ਆ ਕੋਈ ਏਦਾਂ ਦਾ ਸੈਕਸ਼ਨ ਹੈ? ਦੱਸੋ ਮੈਨੂੰ। ਉਹ ਗੋਦੀ ਮੀਡੀਆ ਜਿਹੜਾ ਕਹਿੰਦਾ ਪ੍ਰਧਾਨ ਮੰਤਰੀ ਦਾੜੀ ਵੱਧ ਗਈ ਤੇ ਪਾਕਿਸਤਾਨ ਡਰ ਗਿਆ, ਉਹਨਾਂ ਦੀ ਗੱਲ ਕਰਦੇ ਹਾਂ ਅਸੀਂ। ਦਾੜੀ ਵਧਣਾ ਕੋਈ ਕੁਝ ਹੁੰਦਾ? ਚਲੋ ਆਪਾਂ ਉਸ ਮੁੱਦੇ ਵੱਲ ਨਾ ਜਾਈਏ। ਸਵਾਲ ਤੇ ਪੁਸ਼ਪਿੰਦਰ ਸਿੰਗਲ ਦਾ ਰਵੱਈਆ ਠੀਕ ਹੈ ਜਾਂ ਗਲਤ, ਦੱਸੋ। ਤੁਸੀਂ ਅੱਜ ਆਏ, ਤੁਹਾਡੀ ਅਸੀਂ ਗੱਲ ਰੱਖੀ ਆ, ਇਹਦਾ ਜਵਾਬ ਪੁਸ਼ਪਿੰਦਰ ਜੀ ਦੇਣਗੇ। ਸਾਡੇ ਪੁਸ਼ਪਿੰਦਰ ਸਿੰਗਲ ਜੀ ਬਹੁਤ ਪੁਰਾਣੇ ਕਾਰਜਕਰਤਾ ਹੈ, ਮੈਨੇ ਔਰ ਉਹਨਾਂ ਨੇ ਰਾਜਨੀਤਿਕ ਜੀਵਨ ਇਕੱਠੇ ਸ਼ੁਰੂ ਕੀਤਾ ਹੈ। 3 ਪੀੜ੍ਹੀਆਂ ਤੋਂ ਉਹਨਾਂ ਦੇ ਫਾਦਰ ਸਾਹਿਬ ਵੀ, ਉਹਨਾਂ ਦੇ ਬੇਟੇ ਵੀ ਸਾਰੇ ਜੋ ਹੈ ਸਮਾਜ ਦੀ ਸੇਵਾ ਕਰ ਰਹੇ ਹੈ ਤੇ ਉਹ ਬੜੇ ਮੈਚੁਰ ਰਾਜਨੀਤ ਹੈ। ਸਾਹਿਬ ਤੁਸੀਂ ਸੀਨੀਅਰ ਲੀਡਰ ਹੈਗੇ ਹੋ ਬੀਜੇਪੀ ਦੇ, ਪੰਜਾਬ ਦੇ ਲੁਧਿਆਣੇ ਦੇ ਸੀਨੀਅਰ ਲੀਡਰ ਹੈਗੇ ਹੋ। ਕੀ ਤੁਸੀਂ ਸਿੰਗਲ ਸਾਹਿਬ ਨਾਲ ਗੱਲ ਕਰੋਗੇ ਵੀ ਮੀਡੀਆ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ, ਕਿਸ ਤਰ੍ਹਾਂ? ਤੁਹਾਡੇ ਨਾਲ ਕੋਈ ਚੰਗੀ ਮਾੜੀ ਅਸੀਂ ਗੱਲ ਕੀਤੀ ਆ, ਤੁਹਾਡੀ ਗੱਲ ਰੱਖੀ ਆ, ਅਸੀਂ ਮੁੱਦਾ ਰੱਖਿਆ ਜਨਤਾ ਦਾ, ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਾਵਾਂਗੇ। ਪੁਸ਼ਪਿੰਦਰ ਜੀ ਹਰ ਰੋਜ਼ ਹੀ ਲਗਭਗ ਪ੍ਰੈਸ ਕਾਨਫਰੰਸ ਕਰਦੇ ਹੈ, ਮੈਂ ਤਾਂ ਅੱਜ ਤੱਕ ਕੋਈ ਕਿਸੇ ਨੂੰ ਕਹਿੰਦਾ ਸੁਣਿਆ ਨਹੀਂ। ਹੋ ਸਕਦਾ ਤੁਹਾਡੇ ਵਿੱਚ ਆਪਸ ਦੇ ਵਿੱਚ ਕੋਈ ਕਮਿਊਨੀਕੇਸ਼ਨ ਗੈਪ ਹੋਵੇ, ਤੁਸੀਂ ਦੋਨੇ ਬੈਠ ਕੇ ਹੱਲ ਕਰੋ ਉਹਨੂੰ। ਸਾਡਾ ਮੇਰੀ ਕਿਹੜਾ ਜ਼ਮੀਨ ਵੰਡਿਆ ਸਿੰਗਲ ਸਾਹਿਬ ਨਾਲ? ਮੈਨੂੰ ਜਵਾਬ ਨਹੀਂ ਦਿੰਦੇ। ਜਦੋਂ ਬਾਕੀ ਬੱਚਿਆਂ ਨੂੰ ਜਵਾਬ ਦੇ ਸਕਦੇ ਆ ਤਾਂ ਤੁਹਾਨੂੰ ਕਿਉਂ ਨਹੀਂ ਦੇਣਗੇ? ਤੁਹਾਡੇ ਵਿੱਚ ਆਪਸ ਵਿੱਚ ਕੋਈ ਗੈਪ ਆਇਆ ਉਹਨੂੰ ਹੱਲ ਕਰੋ। ਥੈਂਕ ਯੂ। ਸੋ ਇਹ ਸਨ ਇੰਦਰ ਅਗਰਵਾਲ ਜੀ, ਜਿਨ੍ਹਾਂ ਨੇ ਕੂੜੇ ਡੰਪ ਤੇ ਆਏ ਨੇ ਇੱਥੇ ਗੱਲ ਕਰ ਰਹੇ। ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਫੇਲ ਸਾਬਤ ਹੋਈ ਇਸ ਮੁੱਦੇ ਨੂੰ ਚੱਕਣ ਵਾਸਤੇ। ਸੋ ਵੱਡਾ ਕੂੜੇ ਦਾ ਬਾਹਰ ਹੈ, ਬੀਜੇਪੀ ਆਪਣੀ ਗੱਲ ਕਰਦੀ ਹੈ। ਸੋ ਕਾਂਗਰਸ ਪਾਰਟੀ ਵੀ ਜਵਾਬ ਲਵਾਂਗੇ ਵੀ ਇਸ ਕੂੜਾ ਡੰਪ ਜਿਹੜਾ ਲੱਗਿਆ ਹੋਇਆ, 4 ਸਾਲ ਤੁਹਾਡੀ ਸਰਕਾਰ ਹੋ ਗਈ, 4 ਸਾਲ ਤੁਸੀਂ ਧਿਆਨ ਨੂੰ ਕਿਉਂ ਨਹੀਂ ਦਿੱਤਾ? 6 ਸਾਲ ਦਾ ਜਵਾਬ ਅਕਾਲੀ ਦਲ ਤੋਂ ਵੀ ਲਵਾਂਗੇ, 6 ਸਾਲ ਉਹਨਾਂ ਦੀ ਸਰਕਾਰ ਦੀ ਜਦੋਂ ਲਿਫਟਿੰਗ ਦਾ ਇਹ ਠੇਕਾ ਦਿੱਤਾ ਗਿਆ। ਸੋ ਸਾਰੀਆਂ ਪਾਰਟੀਆਂ ਨੂੰ ਜਵਾਬ ਲੈਣਾ ਬਣਦਾ ਵਾ, ਸਾਡਾ ਫਰਜ਼ ਹੈ ਹਰ ਇੱਕ ਕੋਲ ਜਾਈਏ। ਕਾਂਗਰਸ ਪਾਰਟੀ ਜਵਾਬ ਲਵਾਂਗੇ, ਅਕਾਲੀ ਦਲ ਤੋਂ ਅਸੀਂ ਜਵਾਬ ਜ਼ਰੂਰ ਲਵਾਂਗੇ।
ਲਵਾਂਗੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ, ਦੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।